अमृतसर के सबसे बड़े हॉस्पिटल गुरु नानक देव हॉस्पिटल में ये देख सकते हैं आग लग गई है। फायर ब्रिगेड की गाड़ियां पहुंच चुकी हैं, आग बुझाने की कोशिश की जा रही है। ऐसा कहा जा रहा है कि यहां पर ट्रांसफार्मर थे, अधिक गर्मी के कारण हीट अधिक हुई और यहां पर आग लग गई। आग लगने से पहले कुछ ब्लास्ट भी हुए हैं, यहां पर धुआं अभी भी निकल रहा है। ये तो गनीमत है कि किसी कोई हताहत नहीं हुआ है, क्योंकि ये पीछे है आगे यहाँ पर ओपीडी होती है और ओपीडी भी लगभग समाप्त हो चुकी थी। पुराना एक्सरे विभाग यहीं पर है। ये देखिए आप, लगातार फायर ब्रिगेड की गाड़ियां यहाँ पर आ रही हैं और यहाँ पर हम बात करेंगे डॉक्टरों के साथ भी, आखिरकार ये आग कैसे लगी। हमारे साथ हैं प्रिंसिपल मेडिकल कॉलेज के, सरकारी मेडिकल कॉलेज के डॉक्टर राजीव देवगन से बात करते हैं। डॉक्टर साहब, आग लगी है की रीजन दस्या जा रहा है? ਰੀਜ਼ਨ ਤਾਂ ਅਜੇ ਇਲੈਕਟ੍ਰੀਕਲ ਡਿਪਾਰਟਮੈਂਟ ਦੱਸਣਗੇ, ਪਰ ਫਿਲਹਾਲ ਅਸੀਂ ਇਹਨੂੰ ਕੰਟਰੋਲ ਕਰ ਰਹੇ ਹਾਂ। ਇੱਥੇ ਟਰਾਂਸਫਾਰਮਰ ਲੱਗੇ ਹੋਏ ਆ ਦੋ, ਉਹਨਾਂ 'ਚ ਬਲਾਸਟ ਹੋਇਆ ਹੈ ਔਰ ਇਮੀਡੀਏਟਲੀ ਬਲਾਸਟ ਤੋਂ ਬਾਅਦ ਸਾਡੇ ਜੋ ਇਨ ਹਾਊਸ ਫਾਇਰ ਫਾਈਟਿੰਗ ਜਿਹੜੇ ਬॉल ਸੀਗੇ, ਸਾਰੇ ਸਾਡੇ ਕੋਲ ਇਨਸਟਰੂਮੈਂਟ ਹੈਗੇ ਹੈ, ਉਹਦੇ ਨਾਲ ਇਹਨੂੰ ਨਾਲ ਹੀ ਬੁਝਾਉਣ ਦਾ ਪ੍ਰਯਾਸ ਕੀਤਾ ਗਿਆ ਹੈ। ਪਰ ਕਿਉਂਕਿ ਟਰਾਂਸਫਾਰਮਰ ਹੈ, ਇਲੈਕਟ੍ਰੀਕਲ ਡਿਪਾਰਟਮੈਂਟ ਵਾਲਿਆਂ ਨੇ ਦੱਸਿਆ ਇਹ 'ਚ ਤੇਲ ਵੀ ਹੁੰਦਾ ਹੈ, ਉਹ ਤੇਲ ਦੀ ਅੱਗ ਕਾਰਨ ਧੂੰਆਂ ਬਹੁਤ ਜ਼ਿਆਦਾ ਫੈਲ ਲਿਆ ਹੈ ਤੇ ਉਸ ਤੋਂ ਬਾਅਦ ਮੌਕੇ 'ਤੇ ਆ ਕੇ ਫਾਇਰ ਬ੍ਰਿਗੇਡ ਨੇ ਸੰਭਾਲ ਲਿਆ ਹੈ। ਆਈ ਥਿੰਕ ਫਾਇਰ ਜਿਹੜੀ ਕੰਟਰੋਲ 'ਚ ਹੈ। ਬਾਕੀ ਸਾਰਾ ਕੁਝ ਠੀਕ ਹੈ ਕਿਉਂਕਿ ਇਹ ਓਪੀਡੀ ਬਲਾਕ ਦੀ ਬੈਕ ਸਾਈਡ ਹੈ, ਇਸ ਕਰਕੇ ਇੱਧਰ ਕੋਈ ਪੇਸ਼ੈਂਟ ਦੀ ਕੋਈ ਇਨ ਪੇਸ਼ੈਂਟ ਨਹੀਂ ਹੈ ਇੱਧਰ ਕੋਈ ਵੀ। ਸੋ ਹੋਪਫੁਲੀ ਐਵਰੀਥਿੰਗ ਵਿਲ ਬੀ ਸੌਰਟਡ ਆਊਟ। ਜਦੋਂ ਇੱਥੇ ਅੱਗ ਲੱਗੀ ਹੈ ਉਦੋਂ ਕੋਈ ਪੇਸ਼ੈਂਟ ਜਾਂ ਕੋਈ ਰਾਹਗੀਰ ਕੋਈ ਇੱਥੇ ਜਿਹੜਾ ਕੋਈ ਨਹੀਂ ਸੀ ਇੱਥੇ, ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਮਾਲੀ ਨੁਕਸਾਨ ਵੀ ਨਹੀਂ ਹੋਇਆ। ਅਸੀਂ ਆਪ ਇੱਥੋਂ ਮੋਟਰਸਾਈਕਲ ਜਿਹੜੇ ਜਿੰਨੇ ਜਣੇ ਸੀਗੇ ਇੱਥੇ, ਕਿਉਂਕਿ ਇਹ ਪਾਰਕਿੰਗ ਪਲੇਸ ਹੈ, ਇੱਥੋਂ ਮੋਟਰਸਾਈਕਲ ਖੜ੍ਹ ਕੇ ਹਰ ਜਣੇ ਨੇ ਮਦਦ ਕੀਤੀ ਹੈ। ਮੋਟਰਸਾਈਕਲ ਕਾਰਾਂ ਇੱਥੋਂ ਪਰਾਂ ਕੀਤੀਆਂ ਗਈਆਂ ਹੈ। ਇਮੀਡੀਏਟਲੀ ਵਿਦਿਨ 15 ਮਿੰਟਸ ਜੋ ਹੈ ਸਾਰਾ ਏਰੀਆ ਖਾਲੀ ਹੋ ਗਿਆ ਸੀਗਾ। ਕਾਰਨ ਕੁਛ ਨਹੀਂ ਕਹੇ, ਇਲੈਕਟ੍ਰੀਕਲ ਇੰਸਟਾਲੇਸ਼ਨ ਹੈ ਜੀ, ਕੁਛ ਨਹੀਂ ਕਹਿ ਸਕਦੇ ਇਹਦੇ ਬਾਰੇ। ਬਿਜਲੀ ਮਹਿਕਮਾ ਜਿਹੜਾ ਹੈ ਉਹ ਦੱਸੇਗਾ ਕਿ ਕੀ ਕਾਰਨ ਹੈ। ਬਟ ਬਲਾਸਟ ਜਿਹੜਾ ਇਹ ਹੋਇਆ ਹੈ ਔਰ ਬਲਾਸਟ ਦੇ ਕਾਰਨ ਜੋ ਇੰਨੀ ਵੱਡੀ ਅੱਗ ਫੈਲੀ ਹੈ, ਜਾਂ 'ਤੇ ਕੋਈ ਮੇਜਰ ਨੁਕਸਾਨ ਹੋਇਆ ਹੈ ਟਰਾਂਸਫਾਰਮਰ ਨੂੰ, ਇਹ ਤਾਂ ਬਾਅਦ 'ਚ ਜਦੋਂ ਅੱਗ ਪੂਰੀ ਬੁੱਝ ਜਾਏਗੀ ਉਦੋਂ ਪਤਾ ਲੱਗੇਗਾ। ਫਾਇਰ ਸੇਫਟੀ ਸਿਸਟਮ ਦਾ ਕੀ ਹੈ ਸਰ? ਬਹੁਤ ਪੂਰਾ ਜੀ ਫਾਇਰ ਸੇਫਟੀ ਸਿਸਟਮ ਸੀਗਾ ਤਾਂ ਹੀ ਇੰਨੀ ਕੰਟੇਨਮੈਂਟ ਹੋ ਗਈ ਹੈ ਸਾਡੇ ਕੋਲ। ਕੰਟਰੋਲ ਕਾਫੀ ਟਾਈਮ ਹੋ ਚੁੱਕਾ ਹੈ। ਅਗਰ ਤੁਸੀਂ ਫਾਇਰ ਦੇਖੋ ਇਸ ਤਰ੍ਹਾਂ ਹੈ, ਉਹਦੇ ਵਾਸਤੇ ਜਿਹੜੇ ਫਾਇਰ ਫਾਈਟਿੰਗ ਡਿਪਾਰਟਮੈਂਟ ਹੈ, ਦੇ ਆਰ ਦਾ ਬੈਸਟ ਪਰਸਨ ਟੂ ਕਮੈਂਟ। ਪਰ ਸਾਡੇ ਕੋਲ ਜੋ ਵੀ ਸੀਗਾ ਉਹਦਾ ਇਸਤੇਮਾਲ ਕੀਤਾ ਗਿਆ ਹੈ ਐਜ਼ ਪਰ ਕਾਨੂੰਨ। ਇਹਦੇ ਵਾਸਤੇ ਸਾਡੇ ਕੋਲ ਫਾਇਰ ਬਾਲਸ ਵੀ ਸੀਗੇ, 5 ਕੇ 10 ਫਾਇਰ ਬਾਲ ਇੱਥੇ ਅਸੀਂ ਬਲਾਸਟ ਕੀਤੇ ਹੈ, ਜਿਹੜੇ ਕਿ ਸੈਲਫ ਕੰਟੇਨ ਕਰਦੇ ਫਾਇਰ ਨੂੰ, ਔਰ ਜੋ ਵੀ ਕੁਝ ਹੈਗਾ ਸੀ ਉਹ ਸਾਰਾ ਯੂਜ਼ ਕੀਤਾ ਗਿਆ ਹੈ। ਉਹ ਬਾਕੀ ਇਲੈਕਟ੍ਰੀਕਲ ਵਾਲੇ ਹੈਗੇ ਹੈ, ਉਹ ਤੁਹਾਨੂੰ ਸਾਰਾ ਇਹਦੇ ਬਾਰੇ ਅਪਡੇਟ ਕਰ ਦੇਣਗੇ। ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਜੀ। ਦੇਖੋ ਜੋ ਵੀ ਹੈਗਾ ਤੁਹਾਡੇ ਸਾਹਮਣੇ ਹੈ। ਫਸਟ ਸਾਡਾ ਇਹੋ ਹੀ ਹੈ ਕਿ ਇਹਨੂੰ ਅਸੀਂ ਕੰਟੇਨ ਕਰੀਏ, ਔਰ ਸੈਕਿੰਡ ਜਿੰਨੀ ਜਲਦੀ ਹੋ ਸਕੇ, ਮੈਂ ਉੱਚ ਅਧਿਕਾਰੀਆਂ ਨਾਲ ਵੀ ਗੱਲ ਕਰ ਲਈ ਹੈ, ਅਸੀਂ ਇਹਦੀ ਇਲੈਕਟ੍ਰੀਕਲ ਸਪਲਾਈ ਜਿਹੜੀ ਐਟਲੀਸਟ ਲਾਈਟ ਐਂਡ ਜੋ ਵੀ ਹਸਪੀਟਲ ਨੂੰ ਚਾਹੀਦਾ ਉਹ ਰਿਸਟੋਰ ਕਰਨ ਤੇ ਸਾਡੀ ਹੈਗੀ। ਉੱਥੇ ਜਿਹੜੀਆਂ ਖਾਲੀ ਕਰਾਈਆਂ ਕਿ ਮਰੀਜ਼ਾਂ ਨੂੰ ਬਾਹਰ ਵੀ ਕੱਢਿਆ ਗਿਆ? ਵਾਰਡਾਂ ਜਿਹੜੀਆਂ ਉਹ ਅਸੀਂ ਪ੍ਰੀਕਾਸ਼ਨਰੀ ਤੌਰ ਤੇ ਉਹਨਾਂ ਚੋਂ ਜੋ ਫਾਇਰ ਵਾਲੇ ਏਰੀਆ ਦੇ ਲਾਗੇ ਸੀ, ਉੱਥੋਂ ਅਸੀਂ ਉਹਨਾਂ ਨੂੰ ਇਵੈਕੂਏਟ ਕੀਤਾ ਗਿਆ, ਬਿਕੋਜ਼ ਦਿਸ ਇਜ਼ ਇਵੈਕੂਏਸ਼ਨ ਪ੍ਰੋਗਰਾਮ। ਅੱਛਾ ਡਾਕਟਰ ਸਾਹਿਬ, ਇੱਥੇ ਓਪੀਡੀ ਵੀ ਹੈ, ਔਰਥੋ ਦੀ ਓਪੀਡੀ ਹੁੰਦੀ ਹੈ। ਜਦੋਂ ਇਹ ਇਨਸੀਡੈਂਟ ਹੋਇਆ ਉਦੋਂ ਕੋਈ ਮਰੀਜ਼ ਸੀ ਉੱਥੇ ਕਿ ਨਹੀਂ? ਨਹੀਂ, ਇਹ ਓਪੀਡੀ ਤਾਂ ਬਹੁਤ ਅੱਗੇ ਹੈ, ਇਹ ਤਾਂ ਬਿਲਕੁਲ ਫਰੰਟ ਤੇ ਹੀ ਹੈ। ਇਹ ਤਾਂ ਨੀਅਰੈਸਟ ਪਲੇਸ ਹੈ ਜਿਹੜਾ ਬਾਹਰੋਂ ਅਪਰੋਚੇਬਲ ਹੈ। ਅੱਛਾ ਡਾਕਟਰ ਸਾਹਿਬ, ਕਈ ਹਸਪੀਟਲ ਜਿਹੜੇ ਫਾਇਰ ਫਾਈਟਿੰਗ ਸਿਸਟਮ ਲੱਗੇ ਤਾਂ ਹੋਏ हैं, ਬਟ ਉਹ ਕਾਫੀ ਆਊਟਡੇਟਡ ਹੋ ਚੁੱਕੇ हैं। ਇਹਦੇ ਲੈ ਕੇ ਵੀ ਸਰ ਕੁਝ ਕੋਈ ਆਊਟਡੇਟਡ ਨਹੀਂ ਹੈ, ਦਿਸ ਇਜ਼ ਆਲ ਅਪ ਟੂ ਡੇਟ। ਔਰ ਟੋਟਲੀ ਇਹ ਫਾਇਰ ਜੋ ਇੰਨੀ ਛੇਤੀ ਕੰਟੇਨ ਕਰ ਲਈ, ਐਡੀ ਮੇਜਰ ਫਾਇਰ ਹੋਣ ਕਾਰਨ ਵੀ, ਦਿਸ ਇਜ਼ ਬਿਕੋਜ਼ ਆਫ ਦੋਜ਼ ਇਨਸਟਰੂਮੈਂਟਸ। ਫਾਇਰ ਬਾਲਸ ਹੁੰਦੇ ਆ, ਬੜੇ ਇਫੈਕਟਿਵ ਹੁੰਦੇ ਹੈ, ਉਹ 8-10 ਫਾਇਰ ਬਾਲ ਇਹ 'ਚ ਪਾਏ ਗਏ, ਬਲਾਸਟ ਹੋਏ ਬੜੇ। ਥੋੜੀ ਦੇਰ ਤੁਸੀਂ ਪਹਿਲਾਂ ਹੁੰਦੇ ਸ਼ਾਇਦ ਤੁਸੀਂ ਉਹਨੂੰ ਦੇਖ ਲੈਂਦੇ। ਸੋ ਸਾਰੇ ਮੇਜਰ ਲਏ ਗਏ ਹੈ ਔਰ ਜਾਨ ਮਾਲ ਨੂੰ ਕੋਈ ਨੁਕਸਾਨ ਨਹੀਂ ਹੋਇਆ। ਅਸੀਂ ਹੁਣ ਪ੍ਰਾਇਓਰਟੀ ਇਹੋ ਹੀ ਹੈ ਕਿ ਕਿੰਨੀ ਜਲਦੀ ਅਸੀਂ ਇਲੈਕਟ੍ਰੀਕਲ ਸਪਲਾਈ ਰਿਸਟੋਰ ਕਰ ਸਕੀਏ। ਸਰ ਪੇਸ਼ੈਂਟ ਨੂੰ ਕਿੱਥੇ ਸ਼ਿਫਟ ਕੀਤਾ ਗਿਆ ਇੱਥੋਂ? ਪੇਸ਼ੈਂਟ ਇੱਥੇ ਕੋਈ ਹੁੰਦਾ ਨਹੀਂ, ਓਪੀਡੀ ਬਲਾਕ ਹੈ। ਓਪੀਡੀ ਵਾਸਤੇ ਅਸੀਂ ਕੱਲ ਦੇਖਾਂਗੇ ਸਾਰਾ ਇਹਨੂੰ ਅਰੇਂਜਮੈਂਟ ਕਰਕੇ, ਰੀਅਰੇਂਜਮੈਂਟ ਕਰਕੇ, ਨਥਿੰਗ ਟੂ ਵਰੀ। ਦੇਖੋ ਇਹ ਸਨ ਪ੍ਰਿੰਸੀਪਲ ਮੈਡੀਕਲ ਕਾਲਜ ਦੇ ਡਾਕਟਰ ਰਾਜੀਵ ਦੇਵਗਨ। ਇਹਨਾਂ ਦਾ ਕਹਿਣਾ ਵੀ ਇੱਥੇ ਕੋਈ ਵੀ ਜਿਹੜੀ ਹੈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ। ਸਮੇਂ ਰਹਿੰਦਿਆਂ ਹੀ ਅੱਗ ਤੇ ਕੰਟਰੋਲ ਕਰ ਰਿਹਾ ਗਿਆ। ਤੁਸੀਂ ਦੇਖ ਸਕਦੇ ਹੋ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਆਈਆਂ। ਇਹ ਗੱਲਬਾਤ ਕਰਾਂਗੇ ਇਲੈਕਟ੍ਰਿਕ ਦੇ ਜਿਹੜੇ ਇੰਜੀਨੀਅਰ ਉਹਨਾਂ ਨਾਲ ਵੀ, ਉਹਨਾਂ ਦਾ ਕੀ ਕਹਿਣਾ। ਸਾਲ ਨੇ ਡਾਕਟਰ ਰਾਕੇਸ਼ ਸ਼ਰਮਾ, ਉਸ ਵੇਲੇ ਇਹਨਾਂ ਦੀ ਓਪੀਡੀ ਚੱਲ ਰਹੀ ਸੀ। ਡਾਕਟਰ ਸਾਹਿਬ, ਜਦੋਂ ਇਹ ਬਲਾਸਟ ਹੋਇਆ ਤੁਸੀਂ ਮਰੀਜ਼ ਦੇਖ ਰਹੇ ਸੀ ਉਸ ਵੇਲੇ? ਮੈਂ ਉਸ ਵੇਲੇ ਪੇਸ਼ੈਂਟ ਦੇਖ ਰਿਹਾ ਸੀ, ਬਲਕਿ ਸਾਡੇ ਸਾਰੇ ਡਾਕਟਰ ਜਿਹੜੇ ਸੀਨੀਅਰ ਡਾਕਟਰ ਰੈਜ਼ੀਡੈਂਟਸ ਉੱਥੇ ਬੈਠੇ ਹੋਏ ਸੀਗੇ ਅਸੀਂ। ਔਰ ਸਭ ਤੋਂ ਪਹਿਲੇ ਸਾਨੂੰ ਸੁਣੇ ਬਲਾਸਟ। ਪਹਿਲੇ ਬਲਾਸਟ ਨੂੰ ਅਸੀਂ ਇਗਨੋਰ ਕੀਤਾ ਕਿ ਸਾਨੂੰ ਲੱਗਿਆ ਜਿਸ ਤਰ੍ਹਾਂ ਕੋਈ ਚੀਜ਼ ਗਿਰ ਗਈ ਹੋਣੀ ਹੈ, ਸ਼ਟਰਿੰਗ ਵੀ ਥੋੜੀ ਸਿੱਟਦੇ ਪਏ ਸੀ ਇੱਥੇ। ਫਿਰ ਸੈਕਿੰਡ ਬਲਾਸਟ ਹੋਇਆ ਥੋੜੀ ਦੇਰ ਬਾਅਦ।
ਫਿਰ 3rd 4th ਚੌਥੇ ਕੁ ਬਲਾਸਟ ਦੇ ਵਿੱਚ ਆ ਕੇ ਤੇ ਉਸ ਵੇਲੇ ਹਫੜਾ ਦਫੜੀ ਮਚ ਗਈ ਔਰ ਧੂੰਆਂ ਨਜ਼ਰ ਆਉਣਾ ਸ਼ੁਰੂ ਹੋ ਗਿਆ ਸਾਨੂੰ। ਫਿਰ ਮੈਂ ਓਪੀਡੀ ਇੱਧਰ ਆ ਕੇ ਦੇਖਿਆ ਤੇ ਇੱਥੇ ਕਾਫੀ ਜ਼ਿਆਦਾ ਧੂੰਆਂ ਇੱਥੋਂ ਆ ਰਿਹਾ ਹੈ। ਓਪੀਡੀ ਬਿਲਕੁਲ ਨਾਲ ਹੈ, ਤੁਸੀਂ ਅਗਰ ਦੇਖੋਗੇ ਓਪੀਡੀ ਬਿਲਕੁਲ ਨਾਲ ਹੈਗੀ ਇਹਦੇ। ਫਿਰ ਉਸ ਤੋਂ ਬਾਅਦ ਮੈਨੂੰ ਇਹਦਾ ਇਮੀਡੀਏਟ ਕੰਸਰਨ ਸੀ ਮੇਰਾ ਆਪਣੀ ਵਾਰਡ ਦਾ ਸੀਗਾ। ਮੇਰੀ ਵਾਰਡ ਉੱਪਰਲੇ ਫਲੋਰ ਤੇ ਹੈਗੀ ਹੈ, ਮੈਂ ਫਿਰ 3rd ਫਲੋਰ ਆਪਣੀ ਵਾਰਡ ਤੇ ਓਪੀਡੀ ਤੋਂ ਥੱਲਿਓਂ ਹੋ ਕੇ, ਕਿਉਂਕਿ ਉੱਪਰੋਂ ਜਾਇਆ ਨਹੀਂ ਸੀ ਜਾ ਰਿਹਾ, ਧੂੰਆਂ ਇੰਨਾ ਸੀ, ਮੈਂ ਨੀਚੇ ਉਤਰ ਕੇ ਬਾਹਰੋਂ ਦੀ ਨਿਕਲ ਕੇ ਐਮਰਜੈਂਸੀ ਤੋਂ ਫਿਰ ਮੈਂ ਆਪਣੀ ਵਾਰਡ 'ਚ ਬਾਹਰ ਵਾਲਾ ਰਸਤਾ ਲਿਆ ਵਾਰਡ ਤੱਕ ਜਾਣ ਦਾ। ਪੇਸ਼ੈਂਟਸ ਪੈਨਿਕ ਕਰ ਚੁੱਕੇ ਸੀ, ਉੱਤੋਂ ਸਾਡੇ ਸੀੜੀਆਂ ਲੱਗ ਚੁੱਕੀਆਂ ਸੀ, ਇਸ ਫਲੋਰ ਤੋਂ ਸ਼ੀਸ਼ੇ ਤੋੜ ਰਹੇ ਸੀ ਲੋਕ। ਮੈਂ ਉਹਨਾਂ ਨੂੰ ਸਗੋਂ ਪੈਨਿਕ ਤੋਂ ਮੈਂ ਕਿਹਾ ਤੁਸੀਂ ਪਲੀਜ਼ ਪੈਨਿਕ ਨਾ ਕਰੋ, ਫਾਇਰ ਬ੍ਰਿਗੇਡ ਦੀ ਗੱਡੀ ਆ ਚੁੱਕੀ ਹੈ ਔਰ ਫਾਇਰ ਫੈਲੇਗੀ ਨਹੀਂ। ਧੂੰਆਂ ਜ਼ਰੂਰ ਸੀਗਾ, ਮੈਂ ਆਪਣੀ ਵਾਰਡ ਬੰਦ ਕਰਵਾ ਕੇ ਸਾਰੀਆਂ ਲਾਈਟਾਂ ਵਗੈਰਾ ਆਫ ਕਰਵਾ ਕੇ ਉਹਨਾਂ ਨੂੰ ਉਹ ਸੇਫ ਕਰ ਲਿਆ। ਜਿਹੜਾ ਤੁਹਾਡਾ ਪੁਆਇੰਟ ਮੇਨ ਕੰਸਰਨ ਦਾ ਸੀ ਨਾ ਕਿ ਪੇਸ਼ੈਂਟ ਸੇਫ ਕਰ ਲਏ ਗਏ ਸੀਗੇ। ਡਾਕਟਰ ਸਾਹਿਬ ਮਰੀਜ਼ ਜਿਵੇਂ ਤੁਸੀਂ ਦੱਸਿਆ ਵੀ ਪੈਨਿਕ ਫੈਲ ਗਿਆ ਸੀਗਾ, ਸ਼ੀਸ਼ੇ ਤੋੜ ਕੇ ਬਾਹਰ ਜਾਣ ਨੂੰ ਜਦੋਂ ਤੁਸੀਂ ਸਮਝਾਇਆ ਮਰੀਜ਼ਾਂ ਨੂੰ ਤੇ ਫਿਰ ਉਹਨਾਂ ਦਾ ਕਿਤੇ ਕੰਟਰੋਲ ਹੋਇਆ ਜਾਂ ਉਹਨਾਂ ਨੂੰ ਮਰੀਜ਼ਾਂ ਨੂੰ ਉੱਥੋਂ ਕਿਤੇ ਹੋਰ ਸ਼ਿਫਟ ਕੀਤਾ ਗਿਆ, ਜਿਵੇਂ ਕਿ ਧੂੰਆਂ ਪੂਰੇ ਹਸਪੀਟਲ 'ਚ ਫੈਲ ਗਿਆ ਸੀ ਉਸ ਵੇਲੇ? ਦੇਖੋ ਕੁਝ ਵਾਣਾ ਬਿਲਕੁਲ ਡਾਇਰੈਕਟਲੀ ਉਹਦੀ ਚਪੇਟ 'ਚ ਆ ਗਈਆਂ ਸੀਗੀਆਂ ਤੇ ਉਹਨਾਂ ਦੇ ਉੱਥੇ ਖੜੇ ਹੋਣਾ ਹੀ ਮੁਸ਼ਕਿਲ ਸੀ ਤੇ ਮਰੀਜ਼ ਦਾ ਤੁਸੀਂ ਸੋਚ ਸਕਦੇ ਹੋ ਖੁਦ। ਉਹਦੇ ਵਿੱਚ ਪੇਸ਼ੈਂਟਸ ਨੇ ਖੁਦ ਕੁਝ ਆਪਣੇ ਬੈੱਡਸ ਨੂੰ ਜਾਂ ਉਹਨਾਂ ਨੇ ਗੱਦਿਆਂ ਦੇ ਉੱਪਰ ਹੀ ਪੇਸ਼ੈਂਟ ਨੂੰ ਸ਼ਿਫਟ ਕਰਕੇ ਬਾਹਰ ਮੇਨ ਰੋਡ ਤੇ ਲੈ ਆਂਦਾ। ਤੁਸੀਂ ਅਗਰ ਉਸ ਸਾਈਡ ਤੇ ਜਾਓਗੇ ਬੈਕ ਸਾਈਡ ਤੇ ਉੱਥੇ ਪੇਸ਼ੈਂਟ ਇਸ ਲਈ ਸੜਕ ਤੇ ਲੇਟੇ ਹੋਏ ਆ ਵਿਦ देयर ਬੈੱਡਸ ਐਂਡ ਆਲ, ਜਿੰਨੇ ਔਰ ਤੁਸੀਂ ਤੁਹਾਨੂੰ ਉਹ ਕਾਫੀ ਮਤਲਬ ਐਟਲੀਸਟ ਇੰਨਾ ਕਹਿ ਸਕਦੇ ਕਿ ਉਹਨਾਂ ਦਾ ਬਚਾਅ ਹੋ ਗਿਆ। ਪਰ ਉਹੀ ਅਗਰ ਪੇਸ਼ੈਂਟ ਅੰਦਰ ਰਹਿੰਦੇ ਉਹ ਧੂਏ ਨਾਲ ਸਫੋਕੇਸ਼ਨ ਹੋਣੀ ਡੈਥ ਹੋ ਸਕਦੀ ਸੀ, ਕਿਉਂਕਿ ਉੱਪਰ ਧੂਆਂ ਖੜੇ ਹੋਣ ਜੋਗਾ ਨਹੀਂ ਹੈ। ਮਤਲਬ ਜੇ ਮਰੀਜ਼ ਉੱਥੋਂ ਵਾਰਡਾਂ 'ਚੋਂ ਸ਼ਿਫਟ ਨਾ ਕੀਤੇ ਜਾਂਦੇ ਤੇ ਡਾਕਟਰ ਸਾਹਿਬ ਧੂਏ ਨਾਲ ਹੀ ਦਮ ਘੁੱਟਣ ਨਾਲ ਉਹਨਾਂ ਦੀ ਮੌਤ ਹੋ ਸਕਦੀ। ਸਫੋਕੇਸ਼ਨ ਬਹੁਤ ਹੋਣੀ ਸੀਗੀ, ਅਜੇ ਵੀ ਸਫੋਕੇਸ਼ਨ ਹੋਏਗੀ, ਲੇਕਿਨ ਉਹ ਜ਼ਿਆਦਾ ਇੱਧਰ ਵਾਲੀਆਂ ਵਾਰਡਾਂ ਇਫੈਕਟਡ ਹੈਗੀਆਂ ਨੇ ਜਿਹੜੀਆਂ ਇਸ ਬਲਾਕ 'ਚ ਹੈਗੀਆਂ ਨੇ। ਉੱਧਰ ਵਾਲਾ ਬਲਾਕ ਠੀਕ ਲੱਗ ਰਿਹਾ। ਅੰਦਾਜ਼ਨ ਕਿੰਨੇ ਕੁ ਮਰੀਜ਼ ਐਡਮਿਟ ਹੋਣੇ ਜੀ ਵਾਰਡਾਂ ਦੇ ਵਿੱਚ ਅੰਦਰ? ਮੈਂ ਤੁਹਾਨੂੰ ਇਹ ਕਹਾਂਗਾ ਕਿ ਇਸ ਵੇਲੇ ਹਾਊਸਫੁੱਲ ਹੈਗਾ ਹੈ, ਕਿਉਂਕਿ ਗਰਮੀਆਂ ਦਾ ਟਾਈਮ ਹੈ। ਇਸ ਵੇਲੇ ਲੋਕ ਸਰਜੀਕਲੀ ਵੀ ਔਰ ਬਿਮਾਰੀਆਂ ਵੀ ਵੱਧ ਜਾਂਦੀਆਂ ਨੇ ਇਸ ਸੀਜ਼ਨ ਦੇ ਵਿੱਚ, ਔਰ ਲੋਕ ਕਿਉਂਕਿ ਛੁੱਟੀਆਂ ਦਾ ਟਾਈਮ ਆ ਰਿਹਾ, ਲੋਕ ਆਪਣੇ ਸਰਜਰੀ ਵੀ ਕਰਾਉਣੀਆਂ ਚਾਹੁੰਦੇ ਨੇ। ਸੋ ਆਲਮੋਸਟ ਆਯੁਸ਼ਮਾਨ ਕਰਕੇ ਪੇਸ਼ੈਂਟ ਸਾਰਾ ਇਸ ਵੇਲੇ ਰਸ਼ ਵੀ ਸਰਕਾਰੀ ਹਸਪੀਟਲ ਦੇ ਵਿੱਚ ਹੈਗਾ। ਟੋਟਲ ਵਾਰਡਸ ਇਸ ਵੇਲੇ ਫੁੱਲ ਹੈਗੀਆਂ ਸੀਗੀਆਂ, ਮੇਰੀ ਵਾਰਡ ਫੁੱਲ ਸੀਗੀ। ਔਰ ਬਸ ਫੋਰਚੂਨੇਟਲੀ ਆਈ ਮਸਟ ਸੇ ਕਿ ਅੱਜ ਪਹਿਲੀ ਵਾਰੀ ਇਹ ਦੇਖਿਆ ਗਿਆ ਕਿ ਪ੍ਰਸ਼ਾਸਨ ਨੇ ਸਾਡੇ ਬਹੁਤ ਮੁਸਤੈਦੀ ਨਾਲ ਕੰਮ ਕੀਤਾ ਹੈ। ਇਹ ਜਗ੍ਹਾ ਤੇ ਨਾਰਮਲੀ ਤੁਸੀਂ ਖੜੇ ਨਹੀਂ ਹੋ ਸਕਦੇ। ਡਾਕਟਰ ਸਾਹਿਬ ਜੀ ਅਸੀਂ ਕਰੀਬ ਸਰ ਜੇ ਕਿਹਾ ਜਾਏ ਤੇ 1500 ਤੋਂ ਮਰੀਜ਼ ਹਸਪੀਟਲ ਜਿਸ ਵੇਲੇ ਐਡਮਿਟ ਸੀਗਾ। ਨਹੀਂ 1000 ਦੀ ਕਪੈਸਿਟੀ ਟੋਟਲ ਇਜ਼ ਅਰਾਊਂਡ 700 ਤੋਂ 800 ਕਪੈਸਿਟੀ ਹੈਗੀ ਹੈ ਔਰ ਮੇਰੇ ਹਿਸਾਬ ਨਾਲ 650 700 ਪੇਸ਼ੈਂਟ ਦਾ ਹੋਏਗਾ। ਡਾਕਟਰ ਤੁਹਾਨੂੰ ਕੀ ਲੱਗਦਾ ਜਿਹੜਾ ਇਹ ਬਲਾਸਟ ਹੋਇਆ ਹੈ ਇਹ ਕਿਸ ਕਰਕੇ? ਦੇਖੋ ਜੇ ਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ, ਕਰੀਬ ਅੱਗ ਲੱਗਿਆ ਵੀ ਇੱਥੇ 1 ਘੰਟਾ ਜਿਹੜਾ ਹੋ ਗਿਆ ਹੈ, ਤੇ ਕਿਹਦੀ ਇਹਦੀ ਜਿਹੜੀ ਹੈ ਗਲਤੀ ਜਾਂ ਲਾਪਰਵਾਹੀ ਸਾਹਮਣੇ ਆ ਰਹੀ ਹੈ? ਮੈਂ ਲਾਪਰਵਾਹੀ ਤੇ ਮੈਂ ਨਹੀਂ ਕਹਾਂਗਾ, ਕੁਝ ਗਰਮੀ ਇੰਨੀ ਹੈ ਔਰ ਅਗਰ ਤੁਸੀਂ ਦੇਖੋ ਤੇ ਸਾਰੇ ਰਿਸੋਰਸਿਸ ਜਿਹੜੇ ਉਹ ਓਵਰਵਰਕਡ ਹੈਗੇ ਨੇ। ਜੇ ਤੁਸੀਂ ਇਸ ਵੇਲੇ ਦੇਖੋ ਜਿਸ ਤਰ੍ਹਾਂ ਨਵੀਂ ਬਿਲਡਿੰਗ ਬਣੀ ਹੈ, ਉਧਰ ਨਵੀਂ ਬਿਲਡਿੰਗ ਬਣੀ ਹੈ, ਹਰ ਬਿਲਡਿੰਗ ਦੇ ਵਿੱਚ ਉਹਨਾਂ ਦੀ ਇਲੈਕਟ੍ਰਿਸਿਟੀ ਰਿਕੁਆਇਰਮੈਂਟ ਜ਼ਿਆਦਾ ਹੋ ਰਹੀ ਹੈ। ਟਰਾਂਸਫਾਰਮਰ ਜਿਹੜੇ ਆ ਉਹ ਇਟਸੈਲਫ ਗਰਮ ਹੁੰਦੇ ਨੇ, ਉਹ ਵੱਡਾ ਟਰਾਂਸਫਾਰਮਰ ਸੀ, ਇਹ ਵੀ ਕੋਈ ਛੋਟਾ ਮੋਟਾ ਟਰਾਂਸਫਾਰਮਰ ਨਹੀਂ ਸੀ ਹੈਗਾ ਟਰਾਂਸਫਾਰਮਰ। ਇਸ ਟਰਾਂਸਫਾਰਮਰ ਦੀਆਂ ਵਾਇਰਸ ਹੀਟ ਹੋਈਆਂ ਨੇ। ਇਹ ਮੇਰੇ ਖਿਆਲ ਇਸ ਸੀਜ਼ਨ ਦੇ ਵਿੱਚ ਮੈਨੂੰ ਲੱਗਦਾ ਇਹ ਨੈਚੁਰਲ ਹੈ। ਤੁਸੀਂ ਇਸ ਚੀਜ਼ ਨੂੰ ਜਿਵੇਂ ਟਰਾਂਸਫਾਰਮਰ ਨੂੰ ਬਿਜਲੀ ਦੀ ਸਪਲਾਈ ਬੰਦ ਹੋ ਗਈ ਪੂਰੇ ਹਸਪੀਟਲ ਨੂੰ, ਗਰਮੀ ਬਹੁਤ ਜ਼ਿਆਦਾ ਹੈ, ਤੇ ਤੁਹਾਨੂੰ ਕੀ ਲੱਗਦਾ ਹੁਣ ਇਹਦਾ ਕੰਮ ਤੇ ਵੀ ਇਫੈਕਟ ਹੋਏਗਾ? ਮਰੀਜ਼ਾਂ ਦੇ ਆਪਰੇਸ਼ਨ ਵੀ ਮੁਲਤਵੀ ਹੋਣਗੇ, ਮਰੀਜ਼ਾਂ ਨੂੰ ਕਿਤੇ ਹੋਰ ਸ਼ਿਫਟ ਕਰਨਾ ਪੈ ਸਕਦਾ ਇਸ ਬਿਲਡਿੰਗ ਤੋਂ ਇਲਾਵਾ? ਪਹਿਲੇ ਤੇ ਮੈਂ ਤੁਹਾਨੂੰ ਇਹ ਦੱਸ ਦਿਆਂ ਤੁਹਾਡੇ ਚੈਨਲ ਜ਼ਰੀਏ ਕਿ ਪੈਨਿਕ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ। ਮੇਰੀ ਹੁਣੇ ਹੀ ਬਿਜਲੀ ਦੇ ਆਲਾ ਅਧਿਕਾਰੀਆਂ ਨਾਲ ਗੱਲ ਹੋਈ ਹੈ। ਸਾਡਾ ਆਲਰੇਡੀ ਜਿਹੜਾ ਆਲਟਰਨੇਟ ਜਨਰੇਟਰ ਸਿਸਟਮ ਹੈਗਾ ਉਹ ਔਨ ਹੈ। ਮੇਰੀ ਵਾਰਡ ਦੇ ਵਿੱਚ ਲਾਈਟ ਆ ਰਹੀ ਹੈ, ਵਿਚ ਮੀਨਸ ਬਾਕੀਆਂ ਵਾਰਡਾਂ 'ਚ ਵੀ ਲਾਈਟ ਆ ਰਹੀ ਹੈ। ਸਿਰਫ ਇਸ਼ੂ ਇਹ ਹੈ ਕਿ ਉਹ ਜਨਰੇਟਰ ਨੂੰ ਸਾਨੂੰ ਬਾਰ-ਬਾਰ ਸਾਨੂੰ ਉਹਦਾ ਵੀ ਨਜ਼ਰ ਰੱਖਣੀ ਪਈ, ਗਰਮੀ ਵਿੱਚ ਉਹ ਵੀ ਬਲਾਸਟ ਕਰ ਸਕਦਾ। ਸੋ ਇਹ ਟਰਾਂਸਫਾਰਮਰ ਜਿਹੜਾ ਇਹ ਲਾਈਟ ਜਿਹੜੀ ਹੈ ਵਿਦਿਨ ਨੈਕਸਟ 6 to 12 ਆਵਰਸ ਰਿਸਟੋਰ ਹੋ ਜਾਏਗੀ। ਇਹ ਦਿਸ ਇਜ਼ ਸਮਥਿੰਗ ਫॉर ਦ ਇਨਫੋਰਮੇਸ਼ਨ ਆਫ ਦ ਜਨਰਲ ਪਬਲਿਕ। ਸੋ ਪੈਨਿਕ ਕਰਨ ਦੀ ਜ਼ਰੂਰਤ ਨਹੀਂ ਹੈ। ਇਸ ਤਰ੍ਹਾਂ ਡਾਕਟਰ ਰਾਕੇਸ਼ ਸ਼ਰਮਾ ਇਹਨਾਂ ਦੀ ਓਪੀਡੀ ਚੱਲ ਰਹੀ ਸੀ, ਮਰੀਜ਼ਾਂ ਦੀ ਚੈੱਕਅਪ ਕੀਤਾ ਜਾ ਰਿਹਾ ਸੀ, ਬਲਾਸਟ ਸੁਣੇ ਜਾਂਦੇ ਨੇ। ਹੁਣ ਇਹਨਾਂ ਨੇ ਕਿਹਾ ਵੀ ਭੱਜ ਕੇ, ਕਿਉਂਕਿ ਰਸਤਾ ਨਹੀਂ ਸੀ ਅੰਦਰੋਂ ਜਾਣ ਦਾ ਹਸਪੀਟਲ 'ਚ, ਬਾਹਰੋਂ ਹੀ ਜਾਂਦੇ ਨੇ ਆਪਣੀ ਵਾਰਡ ਦੇ ਵਿੱਚ। ਮਰੀਜ਼ ਕਾਫੀ ਪੈਨਿਕ ਹੋ ਚੁੱਕੇ ਸੀ, ਇੱਥੋਂ ਤੱਕ ਕਿ ਛੱਤ ਤੋਂ ਛਾਲ ਮਾਰਨ ਨੂੰ ਵੀ ਕੁਝ ਲੋਕ ਤਿਆਰ ਸੀ, ਰੋਕਿਆ ਗਿਆ ਉਹਨਾਂ ਨੂੰ। ਇਹ ਪ੍ਰਸ਼ਾਸਨ ਉਸੇ ਵੇਲੇ ਮੁਸਤੈਦ, तमाम ਡਾਕਟਰਾਂ ਨੇ ਆਪਣੇ ਮਰੀਜ਼ਾਂ ਨੂੰ ਸਮਝਾਇਆ ਵੀ ਡਰਨ ਦੀ ਲੋੜ ਨਹੀਂ ਹੈ। ਹੁਣ ਗੱਲਬਾਤ ਕਰਾਂਗੇ ਉਹਨਾਂ ਮਰੀਜ਼ਾਂ ਨਾਲ ਵੀ, ਉਹਨਾਂ ਦਾ ਕੀ ਕਹਿਣਾ ਹੈ। ਤੁਸੀਂ ਇਹ ਵੇਖ ਸਕਦੇ ਹੋ ਕਿ ਜਦੋਂ ਗੁਰੂ ਨਾਨਕ ਦੇ ਹਸਪੀਟਲ 'ਚ ਅੱਗ ਲੱਗਦੀ ਹੈ ਤੇ ਮਰੀਜ਼ ਜਿਹੜੇ ਹਸਪਤਾਲਾਂ 'ਚ ਦਾਖਲ ਹੁੰਦੇ ਉਹਨਾਂ ਨੂੰ ਤੁਰੰਤ ਬਾਹਰ ਕੱਢ ਕੇ ਸੜਕਾਂ ਤੇ, ਇਹ ਦੇਖੋ ਸੜਕ ਤੇ ਲੁਟਾਇਆ ਗਿਆ। ਇਹਦਾ ਪੈਰ ਦਾ ਆਪਰੇਸ਼ਨ ਵੀ ਹੋਇਆ ਹੈ। ਤੇ ਮਰੀਜ਼ ਕੀ ਨਾਮ ਹੈ ਤੁਹਾਡਾ? ਹਲਵਿੰਦਰ ਸਿੰਘ। ਕੀ ਹੋਇਆ ਸੀ? ਮੈਨੂੰ ਨਹੀਂ, ਇੱਥੇ ਕੀ ਹੋਇਆ ਸੀ ਜਦੋਂ ਇੱਥੇ ਅੱਗ ਲੱਗੀ ਸੀ ਭਾਜੀ? ਤੇ ਫਿਰ ਤੁਸੀਂ ਅੱਗ ਲੱਗੀ ਤੇ ਤੁਸੀਂ ਵਾਰਡ 'ਚ ਦਾਖਲ ਸੀ ਇੱਥੇ? ਹਾਂਜੀ। ਫਿਰ ਕੀ ਤੂੰ ਆ ਗਿਆ ਉੱਥੇ ਬਹੁਤ? ਨਹੀਂ ਹੁਣ ਉੱਥੇ ਰਿਹਾ, ਉਧਰ ਬਾਹਰ ਹੀ। ਹਾਂ ਤੇ ਬਾਹਰ ਆ ਗਏ? ਹਾਂਜੀ, ਮੁੜ ਕੇ ਬਾਹਰ ਕੱਢਤਾ ਇਹਨਾਂ ਨੇ ਸਾਥੀਆਂ ਨੂੰ। ਅੱਛਾ, ਕੀ ਨਾਮ? ਦੇਖੋ ਮਰੀਜ਼ ਦੇ ਦੇਖੋ ਗਲੂਕੋਜ਼ ਲੱਗਿਆ, ਗਲੂਕੋਜ਼ ਦੀ ਬੋਤਲ ਕਿਸ ਤਰ੍ਹਾਂ ਇੱਥੇ ਇੱਕ ਦਰਖਤ ਨਾਲ ਲਾਈ ਗਈ ਹੈ ਤੇ ਮਰੀਜ਼ ਜ਼ਮੀਨ ਦੇ ਉੱਤੇ ਲੇਟਿਆ ਹੋਇਆ ਪੈਰ ਤੇ। ਕੀ ਨਾਮ ਹੈ ਤੁਹਾਡਾ? ਰਤਨ ਸਿੰਘ। ਰਤਨ ਜੀ, ਕਿੱਥੇ ਦਾਖਲ ਸੀਗੇ ਤੁਸੀਂ? ਆਏ ਗੁਰੂ ਨਾਨਕ ਹਸਪਤਾਲ ਇੱਥੇ। ਅੱਛਾ, ਕਿਹੜੇ ਡਾਕਟਰ ਕੋ?
ਕੀ ਜਦੋਂ ਲੱਗੀ ਅੱਗ ਤੇ ਕੀ ਕਿਸ ਤਰ੍ਹਾਂ ਪਤਾ ਲੱਗਾ ਤੁਹਾਨੂੰ ਅੱਗ ਲੱਗੀ? ਪਹਿਲਾਂ ਬਲਾਸਟ ਹੋਏ ਆ, 2-3 ਬਲਾਸਟ ਹੋਏ ਆ। ਪਹਿਲਾਂ ਇੱਕ ਹੋਇਆ, ਲਗਾਤਾਰ 3-4 ਬਲਾਸਟ ਹੋਏ ਆ। ਪਹਿਲਾਂ ਤੇ ਮਾਮੂਲੀ ਅੱਗ ਹੀ, ਫਿਰ ਜਦੋਂ ਅੱਗ ਜ਼ਿਆਦਾ ਭੜਕਣ ਲੱਗੀ ਤੇ ਡਾਕਟਰ ਕਹਿੰਦੇ ਕਿ ਜੇ ਨਾ ਜਾਓ, ਜੇ ਕੋਈ ਖਤਰਾ ਨਹੀਂ, ਅਸੀਂ ਵੀ ਇੱਥੇ ਹੀ ਆ ਤੇ ਤੁਹਾਨੂੰ ਜ਼ਿਆਦਾ ਖਤਰਾ। ਤੇ ਉਹ ਪਿੱਛੇ ਡਾਕਟਰਾਂ ਦੇ ਕੋਈ ਜਾਣ ਦੀ ਕੋਈ ਡਰ ਨਹੀਂ ਹੈ। ਫਿਰ ਜਦੋਂ ਹੱਥ ਤੋਂ ਜ਼ਿਆਦਾ ਚਲਵਾਈ, ਫਿਰ ਡਾਕਟਰਾਂ ਨੇ ਕਿਹਾ ਹੁਣ ਤੁਸੀਂ ਨਾ ਐ ਕਰੋ, ਨਿਕਲੋ ਇੱਥੋਂ। ਅੱਛਾ ਤੇ ਕਿਦਾਂ ਆਏ ਤੁਹਾਡੇ ਤੇ ਪੈਰ ਤੇ ਸੱਟ ਲੱਗੀ? ਚੁੱਕ ਚੱਕ ਕੇ ਨੌਜਵਾਨਾਂ ਨੇ ਲਿਆਂਦਾ ਕਿ ਵਿਚਾਰੇ ਨੇ, ਕਿਹੜੇ ਮੁੰਡਿਆਂ ਨੇ? ਆਪਣੇ ਇੱਥੇ ਮੁੰਡੇ, ਆਪਣੇ ਮੁੰਡਿਆਂ ਨੇ, ਇਹਨਾਂ ਨੇ ਚੁੱਕ ਚੱਕ ਕੇ ਲਿਆਂਦਾ ਸਭ ਨੇ, ਸਾਰੇ। ਹਾਂਜੀ, ਮਤਲਬ ਉੱਥੇ ਅੰਦਰ ਧੂਆਂ ਆ ਗਿਆ ਸੀ, ਬਹੁਤ ਦਮ ਘੁੱਟਣ ਲੱਗਿਆ ਸੀ? ਅੰਦਰ ਅਜੇ ਆਇਆ ਨਹੀਂ, ਆ ਜਾਣਾ ਸੀ। ਦੇਖੋ ਤੁਸੀਂ ਇਹ ਵੇਖ ਸਕਦੇ ਹੋ ਕਿਸ ਤਰ੍ਹਾਂ ਮਰੀਜ਼ ਜਿਹੜੇ ਆ ਸੜਕ ਤੇ ਪਏ ਹੋਏ ਨੇ। ਇੱਕ ਮਾਤਾ ਹੈ, ਉਹਦੇ ਵੀ ਦੋਨਾਂ ਪੈਰਾਂ ਤੇ ਦੇਖੋ ਕਿਸ ਤਰ੍ਹਾਂ ਸੱਟ ਲੱਗੀ ਹੋਈ ਹੈ। ਤੁਸੀਂ ਇੱਥੇ ਅੱਗ ਲੱਗੀ ਤੁਹਾਨੂੰ ਜਿਵੇਂ ਦਾਖਲ ਸੀਗਾ ਹਸਪੀਟਲ, ਤੇ ਕਿਸ ਤਰ੍ਹਾਂ ਪਤਾ ਲੱਗਾ ਵੀ ਜਦੋਂ ਅੱਗ ਲੱਗੀ ਤੇ ਧੂਆਂ ਆ ਗਿਆ ਸੀ ਬਹੁਤ ਜ਼ਿਆਦਾ? ਧੂਆਂ ਵੀ ਤੇ ਬੜਾ ਪਟਾਕੇ ਬੜੇ ਪੈਂਦੇ ਸੀ। ਦੇਖ ਸਕਦੇ ਹੋ ਬਹੁਤ ਮਰੀਜ਼ ਜਿਹੜੇ ਨੇ ਧੁੱਪੇ ਇਹਨਾਂ ਨੂੰ ਲਟਾਇਆ ਗਿਆ, ਤਾਂ ਕਿ ਡਾਕਟਰਾਂ ਨੇ ਵੀ ਬੜੀ ਮੁਸਤੈਦੀ ਵਿਖਾਈ ਹੈ ਕਿ ਇਹਨਾਂ ਨੂੰ ਜਲਦ ਬਾਹਰ ਕੱਢ ਦਿੱਤਾ ਗਿਆ। ਉੱਥੇ ਜਿਹੜਾ ਇਹਨਾਂ ਦੇ ਕੁਝ ਰਿਸ਼ਤੇਦਾਰ ਵੀ ਸੀਗੇ ਜਿਨ੍ਹਾਂ ਨੇ ਇਹਨਾਂ ਨੂੰ ਬਾਹਰ ਲਿਆਉਣ ਦੇ ਵਿੱਚ ਇਹਨਾਂ ਦੀ ਜਿਹੜੀ ਹੈ ਮਦਦ ਕੀਤੀ। ਹੋਰ ਤੁਸੀਂ ਦੇਖ ਸਕਦੇ ਹੋ ਇੱਥੇ ਬਹੁਤ ਸਾਰੇ ਮਰੀਜ਼ ਨੇ ਜਿਨ੍ਹਾਂ ਨੂੰ ਕਿ ਸੜਕ ਦੇ ਉੱਤੇ ਹੀ ਦੇਖੋ ਗਲੂਕੋਜ਼ ਲੱਗਿਆ ਉਹਨਾਂ ਨੂੰ, ਮਰੀਜ਼ ਨੂੰ, ਤੇ ਕਿਸ ਤਰ੍ਹਾਂ ਉਹਨੂੰ ਸੜਕ ਦੇ ਉੱਤੇ ਹੀ ਬੈੱਡ ਦੇ ਉੱਤੇ ਪਾਇਆ ਗਿਆ। ਦੇਖੋ ਤੁਸੀਂ ਵੇਖ ਸਕਦੇ ਹੋ ਕਿਸ ਤਰ੍ਹਾਂ ਮਰੀਜ਼ ਨੂੰ ਗਲੂਕੋਜ਼ ਖਤਮ ਹੋ ਚੁੱਕਿਆ ਹੈ, ਤੇ ਜਦੋਂ ਅੱਗ ਲੱਗੀ ਹੈ ਤੇ ਇੱਕਦਮ ਅਫਰਾ ਦਫੜੀ ਮਚ ਗਈ ਇੱਥੇ। ਉਹ ਕਹਿੰਦੇ ਬਾਹਰ ਕੱਢ ਦੋ ਇਹਨਾਂ ਨੂੰ। ਕੱਲ ਦਾ ਜਨਾਬ ਇਹਦੇ ਐਕਸੀਡੈਂਟ ਹੋਇਆ ਵਾ, ਕਿਸੇ ਪੁੱਛਿਆ ਨਹੀਂ ਆ, ਬਸ ਉਦਾਂ ਜਦੋਂ ਅੱਗ ਲੱਗੀ ਉਦੋਂ ਕੀ ਆਇਆ ਦੱਸੋ? ਉਹ ਉਦੋਂ ਤੇ ਅੰਦਰ ਸੀਗਾ, ਤਾਂ ਅੰਦਰੋਂ ਚੁੱਕ ਕੇ ਮੁੰਡੇ ਬਾਹਰ ਲੈ ਆਏ। ਤੁਸੀਂ ਵੇਖ ਸਕਦੇ ਹੋ ਕਿ ਮਰੀਜ਼ਾਂ ਨੂੰ ਕਿਸ ਤਰ੍ਹਾਂ ਬਾਹਰ ਕੱਢਿਆ ਗਿਆ, ਕੋਈ ਵੀ ਜਾਨੀ ਤੇ ਮਾਲੀ ਨੁਕਸਾਨ ਨਹੀਂ ਹੋਇਆ। ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਰੀਬ 1-1.5 ਘੰਟਾ ਹੋ ਗਿਆ ਅੱਗ ਲੱਗੀ ਨੂੰ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਇੱਥੇ ਆ ਰਹੀਆਂ। ਕਾਰਨ ਕੀ ਰਹੇ ਨੇ ਇਹਦੇ ਬਾਰੇ ਵੀ ਤੁਹਾਨੂੰ ਅਸੀਂ ਨਾਲ-ਨਾਲ ਦੱਸਦੇ ਰਹਾਂਗੇ। ਅੰਮ੍ਰਿਤਸਰ ਤੋਂ D4 ਨਿਊਜ਼ ਦੀ ਦੀਪਕ ਭੰਡਾਰੀ ਦੀ ਖਾਸ ਰਿਪੋਰਟ।